सिद्धू प्रगट तो बाद कैबिनेट मंत्री चरणजीत चन्नी ਦੀਆਂ ਵੱਧ ਸਕਦੀਆਂ ਮੁਸ਼ਕਿਲਾਂ। पंजाब महिला कमिशन ने #MeToo मामले ਵਿੱਚ सरकार ਤੋਂ एक हफ्ते ਵਿੱਚ ਮੰਗਿਆ जवाब। कांग्रेस विधायक प्रगट सिंह ਦਾ ਵੱਡਾ ਦਾਅਵਾ, ਕਿਹਾ ਮੈਨੂੰ ਸੈਕਟਰੀ ਰਾਹੀਂ ਦਵਾਈਆਂ ਗਈਆਂ ਧਮਕੀਆਂ, ਮੈਂ ਡਰਨ ਵਾਲਾ ਨਹੀਂ, ਜਿਸ ਨੇ ਜੋ ਕਰਨਾ ਕਰ ਲਵੇ। प्रगट सिंह ਦੇ ਸਵਾਲਾਂ ਨਾਲ ਵਿਰੋਧੀਆਂ ਨੂੰ ਮਿਲਿਆ ਮੌਕਾ, ਕਿਹਾ ਇਹੋ ਜਿਹੀ ਸਰਕਾਰ ਜੋ ਆਪਣੇ ਵਿਧਾਇਕਾਂ ਨੂੰ ਹੀ ਦੇ ਰਹੀ ਹੈ ਧਮਕੀਆਂ। ਪ੍ਰਗਟ ਸਿੰਘ ਤੇ ਵੀ ਚੁੱਕੇ ਸਵਾਲ। ਬਾਈਬਲ ਕਲਾ ਗੋਲੀकांड ਮਾਮਲੇ ਦੀ ਜਾਂਚ ਲਈ ਨਵੀਂ SIT ਦਾ ਗਠਨ। IG ਨਿਹਾਲ ਸਿੰਘ ਦੀ ਅਗਵਾਈ ਵਿੱਚ ਬਣੀ ਹੈ ਨਵੀਂ SIT। ਲੁਧਿਆਣਾ ਵਿੱਚ ਇੱਕ ਪਰਿਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼। ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤੇਲ ਪਾ ਕੇ ਅੱਗ ਲਗਾਉਣ ਦਾ ਯਤਨ। ਦੁਕਾਨ ਦੇ ਕਬਜ਼ੇ ਦਾ ਸੀ ਮਾਮਲਾ। ਜਲੰਧਰ ਵਿੱਚ ਮਾਮੂਲੀ ਵਿਵਾਦ ਤੋਂ ਬਾਅਦ ਆਪਸ ਵਿੱਚ ਭਿੜੀਆਂ ਦੋ ਧਿਰਾਂ, ਇੱਕ ਦੂਜੇ ਦੀ ਜੰਮ ਕੇ ਕੀਤੀ ਕੁੱਟਮਾਰ। ਪੁਲਿਸ ਦੇ ਸਾਹਮਣੇ ਹੁੰਦਾ ਰਿਹਾ ਗੁੰਡਾਗਰਦੀ ਦਾ ਨਾਚ। ਮੁਕੇਰੀਆਂ ਵਿੱਚ ਇਨਸਾਨੀਅਤ ਹੋਈ ਸ਼ਰਮਸ਼ਾਰ। ਲੋਕਾਂ ਨੇ ਕੋਰੋਨਾ ਪੀੜਤ ਮਹਿਲਾ ਦੀ ਲਾਸ਼ ਤੇ ਐਂਬੂਲੈਂਸ ਨੂੰ ਸ਼ਮਸ਼ਾਨ ਘਾਟ ਵਿੱਚੋਂ ਕੱਢਿਆ ਬਾਹਰ। ਮ੍ਰਿਤਕ ਮਹਿਲਾ ਦੇ ਪੁੱਤਰ ਤੇ ਨੂੰਹ ਨਾਲ ਕੀਤੀ ਕੁੱਟਮਾਰ। ਪੁਲਿਸ ਨੇ ਕਰਵਾਇਆ ਅੰਤਿਮ ਸੰਸਕਾਰ। हिमाचल ਵਿੱਚ 18+ ਵਾਲਿਆਂ ਲਈ ਸ਼ੁਰੂ ਹੋਈ ਕੋਰੋਨਾ ਦੀ ਵੈਕਸੀਨ। ਵੱਖ-ਵੱਖ ਕੇਂਦਰ ਤੇ ਨੌਜਵਾਨਾਂ ਨੂੰ ਲਗਾਏ ਗਏ ਟੀਕੇ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਪ੍ਰਸ਼ਾਸਨ ਨੇ ਮੰਦਰਾਂ ਦੇ ਦੁਆਰ ਕੀਤੇ ਬੰਦ। ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਲਿਆ ਫੈਸਲਾ। ਭਗਵਾਨ ਦੇ ਦਰਸ਼ਨ ਹੋਏ ਦੁਰਲਭ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਬਟਾਲਾ ਦੇ ਲੋਕਾਂ ਦਾ ਪ੍ਰਦਰਸ਼ਨ। ਕਿਹਾ ਮਲੇਰਕੋਟਲਾ ਤੋਂ ਵੱਧ ਹੈ ਬਟਾਲਾ ਦੀ ਆਬਾਦੀ, ਬਟਾਲਾ ਨੂੰ ਕਿਉਂ ਨਹੀਂ ਬਣਾਇਆ ਗਿਆ ਜ਼ਿਲ੍ਹਾ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਅਸੀਂ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ, ਕੈਪਟਨ ਦੇ ਵਿਰੋਧੀ ਹੁਣ ਘੇਰੇ ਵਿੱਚ ਆ ਚੁੱਕੇ ਨੇ। ਜੀ ਹਾਂ, ਨਵਜੋਤ ਸਿੱਧੂ ਵਿਜੀਲੈਂਸ ਦੀ ਜਾਂਚ ਵਿੱਚ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਪ੍ਰਗਟ ਸਿੰਘ ਨੂੰ ਫੋਨ ਉੱਤੇ ਧਮਕੀ ਮਿਲ ਰਹੀ ਹੈ। ਔਰ ਉਸ ਤੋਂ ਬਾਅਦ ਹੁਣ ਤੀਸਰਾ ਜਿਹੜਾ ਨੰਬਰ ਆਪਾਂ ਕਹਿ ਸਕਦੇ ਹਾਂ ਉਹ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ। ਜੀ ਹਾਂ, ਚਰਨਜੀਤ ਚੰਨੀ ਨੂੰ ਮਹਿਲਾ ਕਮਿਸ਼ਨ ਦੀ ਹੁਣ ਜਾਂਚ ਕਰੇਗੀ। ਤਾਂ ਵੱਡੀ ਖਬਰ ਇਸ ਵੇਲੇ ਦੀ, ਚਰਨਜੀਤ ਚੰਨੀ ਦੀਆਂ ਹੁਣ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ, ਕਿਉਂਕਿ #MeToo ਮਾਮਲੇ ਦੇ ਵਿੱਚ ਐਕਸ਼ਨ ਦੇ ਵਿੱਚ ਹੁਣ ਮਹਿਲਾ ਕਮਿਸ਼ਨ ਨਜ਼ਰ ਆ ਰਹੀ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ ਇਸ ਮੁਤਲਕ ਜਵਾਬ ਮੰਗਿਆ ਔਰ ਇੱਕ ਹਫ਼ਤੇ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਕੀਤੀ ਗਈ ਔਰ ਕਾਰਵਾਈ ਦੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਜ਼ਰੂਰਤ ਪਈ ਤਾਂ ਉਹ ਭੁੱਖ ਹੜਤਾਲ ਦੇ ਉੱਪਰ ਵੀ ਬੈਠਣਗੇ। ਕਿਹਾ ਪੰਜਾਬ ਵੂਮਨ ਕਮਿਸ਼ਨ ਦੀ ਜਿਹੜੀ ਚੇਅਰਮੈਨ ਨੇ ਮਨੀਸ਼ਾ ਗੁਲਾਟੀ ਨੇ, ਉਹਨਾਂ ਨੇ ਕਿਹਾ ਕਿ ਕੁਰਸੀ ਜਾਂਦੀ ਹੈ ਤਾਂ ਜਾਵੇ, ਪਰ ਆਪਣਾ ਜ਼ਮੀਰ ਨਹੀਂ ਮਾਰ ਸਕਦੀ। ਪਰ ਸਭ ਤੋਂ ਵੱਡਾ ਸਵਾਲ ਹੈ ਜਿਹੜੀ ਟਾਈਮਿੰਗ ਹੈ, ਜਿਹੜਾ ਸਮਾਂ ਚੁਣਿਆ ਗਿਆ ਹੈ ਇਸ ਗੱਲ ਨੂੰ ਲੈ ਕੇ ਜਵਾਬ ਤਲਬੀ ਦਾ। ਤਾਂ ਕਿਤੇ ਨਾ ਕਿਤੇ ਹੁਣ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਤਾਂ ਇੱਕ ਤੋਂ ਬਾਅਦ ਇਹ ਕਹਿ ਸਕਦੇ ਹਾਂ ਕੈਪਟਨ ਦੇ ਵੱਲੋਂ ਹੁਣ ਜਿਹੜੇ ਵਿਰੋਧੀ ਨੇ, ਕਿਉਂਕਿ ਚਰਨਜੀਤ ਚੰਨੀ ਨੂੰ ਕਿਤੇ ਨਾ ਕਿਤੇ ਸੂਤਰਧਾਰ ਮੰਨਿਆ ਜਾਂਦਾ। ਜਿਹੜੀਆਂ ਨਵਜੋਤ ਸਿੰਘ ਸਿੱਧੂ ਜਾਂ ਫਿਰ ਹੋਰ ਮੰਤਰੀਆਂ ਜਾਂ MLA ਦੀਆਂ ਬੈਠਕਾਂ ਦਾ ਦੌਰ ਸ਼ੁਰੂ ਹੋਇਆ, ਉਸ ਦੀ ਸ਼ੁਰੂਆਤ ਕਿਤੇ ਨਾ ਕਿਤੇ ਉਸਦੇ ਜਿਹੜੇ ਆਪਾਂ ਵਿਚੋਲਗੀ ਦੀ ਗੱਲ ਕੀਤੀ ਹੈ, ਉਸਦੇ ਸੂਤਰਧਾਰ ਦੀ ਗੱਲ ਕਰੀ ਜਾਵੇ ਤਾਂ ਚਰਨਜੀਤ ਚੰਨੀ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ। ਹੁਣ ਨਵਜੋਤ ਸਿੰਘ ਸਿੱਧੂ, ਉਸ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਵਿਜੀਲੈਂਸ ਜਾਂਚ ਖੋਲੀ ਜਾਂਦੀ ਹੈ। ਉਸ ਤੋਂ ਬਾਅਦ ਪ੍ਰਗਟ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਦੇ ਰਾਹੀਂ ਧਮਕੀ ਦਿੱਤੀ ਜਾਂਦੀ ਹੈ ਕਿ ਜ਼ੁਬਾਨ ਬੰਦ ਰੱਖੋ। ਉਸ ਤੋਂ ਬਾਅਦ ਜਿਹੜਾ ਤੀਸਰਾ ਨਿਸ਼ਾਨਾ ਕਹਿ ਸਕਦੇ ਹਾਂ ਕਿ ਜਿਹੜੀ ਕਾਰਵਾਈ ਹੁੰਦੀ ਮਿਲ ਰਹੀ ਹੈ ਉਹ ਚਰਨਜੀਤ ਚੰਨੀ ਦੀਆਂ ਹੁਣ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ #MeToo ਦਾ ਜਿਹੜਾ ਮਾਮਲਾ ਹੈ ਕਾਬਿਲ ਗੌਰ ਹੈ ਕਿ 2018 ਦਾ ਮਾਮਲਾ ਔਰ 3 ਸਾਲਾਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸ਼ਾਇਦ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੂੰ ਇਹ ਉਸ ਦੇ ਵਿੱਚ ਜਵਾਬ ਤਲਬੀ ਦਾ ਜਿਹੜਾ ਸਮਾਂ ਮਿਲਿਆ। ਹੁਣ ਜਵਾਬ ਤਲਬੀ ਹੋਈ ਔਰ ਇੱਕ ਹਫ਼ਤੇ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ। ਖੈਰ, ਇਸ ਖਬਰ ਤੇ ਵਿਸਥਾਰ ਦੇ ਨਾਲ ਗੱਲਬਾਤ ਕਰਦੇ ਹਾਂ। ਸਾਡੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਤਾਂ ਕਹਿ ਸਕਦੇ ਹਾਂ ਕਿ ਜਿੱਥੇ ਇੱਕ ਤੋਂ ਬਾਅਦ ਇੱਕ ਜਿਹੜੇ ਮਾਮਲੇ ਹੁਣ ਕੈਪਟਨ ਦੇ ਖਿਲਾਫ ਬਾਗੀ ਸੁਰਾਂ ਉੱਠ ਰਹੀਆਂ ਨੇ, ਤਾਂ ਦੂਸਰੇ ਪਾਸੇ ਜਿਹੜੇ ਵਿਰੋਧੀ ਕੈਪਟਨ ਦੇ ਖਿਲਾਫ ਆਵਾਜ਼ ਉਠਾ ਰਹੇ ਨੇ ਉਹਨਾਂ ਦੇ ਵਿਰੁੱਧ ਵੀ ਹੁਣ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਤਾਂ ਹੁਣ ਮਨੀਸ਼ਾ ਗੁਲਾਟੀ ਨੇ ਇੱਕ ਹਫ਼ਤੇ ਦੇ ਵਿੱਚ ਜਿਹੜੀ ਹੈ ਉਹ ਸਰਕਾਰ ਤੋਂ ਜਵਾਬ ਤਲਬੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਜਵਾਬ ਤਲਬੀ ਹੋਵੇ। ਤਾਂ ਸਾਡੇ ਨਾਲ ਇਸ ਵੇਲੇ ਸਾਡੇ ਸਹਿਯੋਗੀ ਪੰਕਜ ਕਪਾਹੀ, ਉਹਨਾਂ ਦੇ ਨਾਲ ਵੂਮਨ ਕਮਿਸ਼ਨ ਦੇ ਜੇਕਰ ਮੈਂ ਜਿੰਨਾ ਮੈਂ ਸੁਣ ਪਾ ਰਿਹਾ ਵੂਮਨ ਕਮਿਸ਼ਨ ਦੇ ਜਿਹੜੀ ਚੇਅਰਮੈਨ ਨੇ ਮਨੀਸ਼ਾ ਗੁਲਾਟੀ ਨੇ। ਪੰਕਜ, ਓਵਰ ਟੂ ਯੋਰ, ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ, ਉਹ ਵੀ ਜਾਣਨਾ ਚਾਹੁੰਦੇ ਹਾਂ। ਪੰਜਾਬ ਸਰਕਾਰ ਦੇ ਇੱਕ ਹੋਰ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਣ ਵਾਲੀਆਂ ਨੇ, ਕਿਉਂਕਿ
ਮੀਟੂ ਦਾ ਮਾਮਲਾ 2018 ਦੇ ਵਿੱਚ ਸਾਹਮਣੇ ਆਇਆ ਸੀਗਾ। ਉਸ ਵੇਲੇ ਵੂਮਨ ਕਮਿਸ਼ਨ ਨੇ ਨੋਟਿਸ ਭੇਜਿਆ ਸੀ, ਲੇਕਿਨ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਔਰ ਇੱਕ ਵਾਰ ਫਿਰ ਰਿਮਾਈਂਡਰ ਭੇਜਿਆ ਗਿਆ ਹੈ ਕਿਉਂਕਿ ਲਗਾਤਾਰ ਸਵਾਲ ਜਿਹੜੇ ਨੇ ਉਹ ਹੁਣ ਚਰਨਜੀਤ ਸਿੰਘ ਚੰਨੀ ਹੋਰਾਂ ਤੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਚੁੱਕੇ ਜਾ ਰਹੇ ਨੇ। ਮਹਿਲਾ ਕਮਿਸ਼ਨ ਦੇ ਮੁਖੀ ਮੇਰੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਦੇ ਮੈਂ ਪੂਰਾ ਮਾਮਲਾ ਕੀ ਹੈ। 2018 ਦਾ ਮਾਮਲਾ ਹੈ, ਪੂਰਾ ਵਿਸਤਾਰ ਨਾਲ ਦੱਸੋ ਔਰ ਤੁਹਾਡਾ ਹੁਣ ਐਕਸ਼ਨ ਕੀ ਹੋਏਗਾ। ਦੇਖੋ 2018 ਵਿੱਚ ਜਦੋਂ ਇਹ ਮੈਟਰ ਮੀਡੀਆ ਦੁਆਰਾ ਸਾਡੇ ਧਿਆਨ 'ਚ ਲਿਆਇਆ ਗਿਆ ਸੀ, ਆਪਾਂ ਉਦੋਂ ਸੂ ਮੋਟੋ ਐਕਸ਼ਨ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਲਿਖਿਆ ਸੀ। ਉਦੋਂ ਕਰਨ ਅਵਤਾਰ ਜੀ ਚੀਫ ਸੈਕਟਰੀ ਸੀ, ਉਹਨਾਂ ਨੂੰ ਲਿਖਿਆ ਗਿਆ ਸੀ ਕਿ ਜੋ ਇਹ ਮੀਡੀਆ ਚੈਨਲਾਂ ਦੁਆਰਾ ਦਿਖਾਇਆ ਜਾ ਰਿਹਾ ਸਾਨੂੰ ਇਹਦੇ ਸਪਸ਼ਟੀਕਰਨ ਭੇਜੋ, ਕਿਉਂਕਿ ਮਾਮਲਾ ਇੱਕ ਆਫੀਸਰ ਨਾਲ ਜੁੜਿਆ ਹੋਇਆ ਸੀ ਔਰ ਸਰਕਾਰ ਨਾਲ ਜੁੜਿਆ ਹੋਇਆ ਸੀ। ਮਿਨਿਸਟਰ ਜੋ ਸਰਕਾਰ ਦਾ ਪਾਰਟ ਸੀ, ਉਦੋਂ ਮੀਡੀਆ ਦੁਆਰਾ ਧਿਆਨ ਤੋਂ ਲਿਆਉਣ ਤੋਂ ਬਾਅਦ ਹੀ ਆਪਾਂ ਸਰਕਾਰ ਨੂੰ ਇਹ ਪੁੱਛਿਆ ਸੀ। ਸਰਕਾਰ ਵੱਲੋਂ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਭੇਜਿਆ ਗਿਆ। ਫਿਰ ਉਸ ਤੋਂ ਬਾਅਦ ਆਪਾਂ ਇੱਕ ਹਫ਼ਤਾ ਵੇਟ ਕੀਤੀ। ਉਹਨੇ ਚ ਹੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀ ਉਹ ਇਜ਼ਰਾਈਲ ਦੇ ਦੌਰੇ ਤੇ ਸੀ, ਉਹ ਵਾਪਿਸ ਆ ਗਏ। ਉਹਨਾਂ ਨੇ ਮਿਨਿਸਟਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਆਈ ਕਿ ਮਿਨਿਸਟਰ ਨੇ ਮਾਫੀ ਮੰਗ ਲਈ ਹੈ। ਚਰਨਜੀਤ ਸਿੰਘ ਚੰਨੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਹਾਂਜੀ, ਕਿ ਮੈਟਰ ਸੌਰਟ ਆਊਟ ਹੋ ਗਿਆ। ਜੋ ਸਟੇਟਮੈਂਟ ਇੱਕ ਆਈ ਪੋਲੀਟੀਕਲ, ਠੀਕ ਹੈ, ਪਰ ਫਿਰ ਵੀ ਇੱਕ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਕਮਿਸ਼ਨ ਵੱਲੋਂ ਕੋਈ ਰਿਮਾਈਂਡਰ ਆ ਰਿਹਾ ਸਾਨੂੰ ਲਿਖਿਤ ਜਵਾਬ ਆ ਜਾਣਾ ਚਾਹੀਦਾ ਸੀ, ਨਹੀਂ ਆਇਆ। ਚਲੋ ਇਹ ਮੈਟਰ ਸੌਰਟ ਆਊਟ ਹੋ ਗਿਆ। ਆਪਾਂ ਜ਼ਿਆਦਾ ਇਸ ਤੋਂ ਅੱਗੇ ਨਹੀਂ ਵਧ ਪਾਏ ਕਿਉਂਕਿ ਸਾਡੇ ਕੋਲ ਕੰਪਲੇਂਟ ਨਹੀਂ ਸੀ। ਸੂ ਮੋਟੋ ਜਦੋਂ ਲਿੱਤਾ ਜਾਂਦਾ ਉਦੋਂ ਸਾਨੂੰ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਔਰ ਸਰਕਾਰ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਲਿਖਿਤ ਇਹਨਾਂ ਨੂੰ ਜਵਾਬਦੇਹੀ ਬਣਦੀ ਹੈ। ਪਰ ਉਸ ਤੋਂ ਬਾਅਦ ਵੀ ਜਿਹੜੇ ਇਹ ਆਈਐਸ ਆਫੀਸਰਾਂ ਦੀ ਲੌਬੀ ਹੈ, ਇਹ ਪਿਛਲੇ 3 ਸਾਲਾਂ ਤੋਂ ਮੈਟਰ ਕਿਤਾਬਾਂ 'ਚ ਹੀ ਬੰਦ ਸੀ ਜਾਂ ਮਾਫੀ ਮੰਗ ਲਈ ਜੋ ਵੀ, ਪਰ ਇਹ ਇੱਕ ਆਈਐਸ ਲੌਬੀ 'ਚ ਮੈਟਰ ਕਦੀ ਵੀ ਬੰਦ ਨਹੀਂ ਹੋਇਆ ਪਿਛਲੇ 3 ਸਾਲਾਂ ਤੋਂ ਲਗਾਤਾਰ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਆਈਐਸ ਆਫੀਸਰ ਮੇਰੇ ਬੜੇ ਅੱਛੇ ਦੋਸਤ ਨੇ, ਉਹ ਮੈਨੂੰ ਟਾइम टू टाइम ਜਦੋਂ ਵੀ ਆਪਾਂ ਕਿਸੇ ਪਾर्टी फंक्शन ਵਿੱਚ ਮਿਲਣਾ ਉਹ ਮੈਨੂੰ ਕਹਿੰਦੇ ਰਹਿੰਦੇ ਸੀ आपने हमारे लिए कुछ नहीं किया, आपने हमारे लिए साथ अच्छा नहीं किया। अरे मैंने कैसे हम आपके लिए अच्छा नहीं किया। मैं ਉਹਨਾਂ ਨੂੰ ਜਵਾਬ ਵੀ ਦਿੰਦੀ ਰਹਿੰਦੀ ਸਾਂ ਕਿ मैंने इनिशिएटिव लिया। ਉਹਨਾਂ ਨੂੰ मैं कई बार ये फोटो भी भेजी कि मैंने इनिशिएटिव लिया। कहते नहीं आपकी वजह से आपके पास बहुत पावरें थी, वो पंजाब छोड़ के चली गई है। अरे मेरे वजह से कैसे पंजाब छोड़ के चली गई? एक आईएएस ऑफिसर ਤੁਸੀਂ ਕਹਿ ਰਹੇ ਹੋ ਜਿੰਨੇ ਇਲਜ਼ਾਮ ਲਗਾਏ ਸੀ ਚੰਨੀ ਹੋਰਾਂ ਤੇ ਉਹ ਪੰਜਾਬ ਛੱਡ ਕੇ ਜਾ ਚੁੱਕੀ ਹੈ। पंजाब छट के चली गई है। तो अरे मेरी वजह से खुद एक आईएएस ऑफिसर है, आप सबको तो ये सब पढ़ाया जाता है, पढ़े हुए हो, ट्रेनिंग ली हुई है। आप अगर एक आईएएस ऑफिसर लेडी होके अपनी लड़ाई नहीं लड़ सकते तो आप दूसरों को क्या जस्टिस दोगे? लेकिन टाइमिंग ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਕਿ ਹੁਣ ਕਿਉਂ ਜਦੋਂ ਚੰਨੀ ਨੇ ਮੋਰਚਾ ਖੋਲਿਆ, ਚੰਨੀ ਨੇ ਕੈਪਟਨ ਖਿਲਾਫ ਮੋਰਚਾ ਖੋਲਿਆ, ਕਹਿੰਦੇ ਕੈਪਟਨ ਦੇ ਇਸ਼ਾਰੇ ਤੇ ਇਹ ਹੋ ਰਿਹਾ। ਮੈਨੂੰ ਕੈਪਟਨ ਦਾ ਇਸ਼ਾਰਾ ਕਮਿਸ਼ਨ ਨੂੰ ਨਹੀਂ ਹੋ ਸਕਦਾ। ਕਮਿਸ਼ਨ ਬਿਲਕੁਲ ਇਨਫਲੂਐਂਸ ਕਿਸੇ ਦੇ ਨਾਲ ਨਹੀਂ ਹੁੰਦਾ। ਤੇ ਜਦੋਂ ਦੀ ਮੈਂ ਕਮਿਸ਼ਨ ਸੰਭਾਲੀ ਹੈ ਮੈਂ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਟਾइम टू टाइम ਨੋਟਿਸ ਕਰਦੀ ਰਹੀ ਹਾਂ, ਬੁਲਾਉਂਦੀ ਰਹੀ ਹਾਂ ਆਪਣੀ ਅਦਾਲਤ ਵਿੱਚ। ਬੜੇ ਸਾਰੇ ਆਫੀਸਰ ਨੇ, ਡਿਪਟੀ ਕਮਿਸ਼ਨਰ ਨੇ, ਐਸਡੀਐਮ ਨੇ, ਐਸਐਸਪੀ ਨੇ, ਜਿਨ੍ਹਾਂ ਨੂੰ ਕਰੋਗੇ ਕਿ ਤੁਸੀਂ ਨੋਟਿਸ ਰਿਮਾਈਂਡਰ ਕੀ ਭੇਜਿਆ? ਚੰਨੀ ਹੋਰਾਂ ਨੂੰ ਇੱਥੇ ਬੁਲਾਇਆ ਤੁਸੀਂ ਕਿ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਨੂੰ? ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ। तो 6 ऑफिसर मेनू लगातार एक थ्रेट कर रहे ने, हरास कर रहे ने कि आपकी वजह से वो आज तक डिप्रेशन में है, आपकी वजह से। अरे मेरी वजह से हुन 5-6 दिन तो फिर वो मेनू कर रहे ने ਤੇ ਫਿਰ ਅੱਜ ਨਿਊਜ਼ਪੇਪਰ ਵਿੱਚ ਵੀ ਲੱਗਾ ਹੋਇਆ। ਅੱਜ ਫਿਰ ਆਪਾਂ ਸੂਮੋਟੋ ਐਕਸ਼ਨ ਲਿੱਤੇ ਹੋਏ। ਮੇਰਾ ਵੀ ਤੇ ਆਪਣਾ ਜ਼ਮੀਰ ਹੈ ਨਾ, ਮੈਂ ਦੋਸ਼ੀ ਨਹੀਂ ਬਣ ਸਕਦੀ, ਮੈਂ ਜਨਤਾ ਨੂੰ ਜਵਾਬ ਦੇਵਾਂ। ਪਰ ਸਰਕਾਰ ਮੈਨੂੰ ਚੰਨੀ ਹੋਰਾਂ ਨੂੰ ਇੱਥੇ ਬੁਲਾਇਆ ਹੋਇਆ, ਨੋਟਿਸ ਭੇਜ ਕੇ ਕਿਹਾ ਕਿ ਜਵਾਬ ਦੇਣ ਇਸ ਤੇ, ਜਾਂ ਫਿਰ ਚੰਨੀ ਹੋਰਾਂ ਦੇ ਖਿਲਾਫ ਤੁਸੀਂ ਹੁਣ ਐਕਸ਼ਨ ਲਵੋਗੇ? ਮੈਂ ਹੁਣ ਇਹ ਹਾਲੇ ਤੇ ਸਰਕਾਰ ਸਪਸ਼ਟੀਕਰਨ ਦੇਵੇ। ਜੇ ਸਰਕਾਰ ਨੇ ਮੈਨੂੰ ਇੱਕ ਹਫ਼ਤੇ 'ਚ ਇਹ ਦੋਨਾਂ ਦਾ ਸਪਸ਼ਟੀਕਰਨ ਨਾ ਦਿੱਤਾ ਤੇ ਮੈਂ ਸੋਮਵਾਰ ਨੂੰ 12 ਵਜੇ ਚੰਡੀਗੜ੍ਹ ਵਿੱਚ ਮਟਕਾ ਚੌਕ ਤੇ ਭੁੱਖ ਹੜਤਾਲ ਤੇ ਆਪਣੀ ਟੀਮ ਦੇ ਨਾਲ ਬੈਠ ਜਾਵਾਂ। ਤੁਸੀਂ ਚੰਨੀ ਹੋਰਾਂ ਨਾਲ ਗੱਲ ਕੀਤੀ ਹੈ? 3 ਸਾਲਾਂ 'ਚ ਜਵਾਬ ਆਇਆ? ਕੋਈ ਜਵਾਬ ਆਇਆ? ਕਿਉਂਕਿ ਚੰਨੀ ਤੇ ਇਲਜ਼ਾਮ ਲੱਗਿਆ ਨਾ, ਇਲਜ਼ਾਮ ਚੰਨੀ ਤੇ ਲੱਗੇ। ਇਲਜ਼ਾਮ ਚਾਹੇ ਜਿੰਦੇ ਤੇ ਮਰਜ਼ੀ ਲੱਗੇ ਹੋਣ, ਜੇ ਸਾਡੇ ਕੋਲ ਰਿਟਨ ਵਿੱਚ ਕੰਪਲੇਂਟ ਹੋਏਗੀ ਤਾਂ ਮੈਂ ਜਵਾਬ ਮੰਗਾਂਗੀ ਨਾ। ਮੈਂ ਤੇ ਸੂਮੋਟੋ ਐਕਸ਼ਨ ਲਿੱਤਾ ਹੈ। ਕਮਿਸ਼ਨ ਸਿਰਫ ਸਰਕਾਰ ਤੋਂ ਜਵਾਬ ਮੰਗੇਗਾ। ਸਰਕਾਰ ਨੂੰ ਵੀ ਕਮਿਸ਼ਨ ਦੀ ਤਾਕਤ ਦਾ ਪਤਾ ਹੋਣਾ ਚਾਹੀਦਾ ਹੈ। ਸਰਕਾਰ ਜਵਾਬ ਦੇਵੇ ਕਮਿਸ਼ਨ ਨੂੰ। ਚੰਨੀ ਵੱਲੋਂ ਪ੍ਰਗਟ ਸਿੰਘ ਹੋਰੀ ਕਹਿ ਰਹੇ, ਕਹਿੰਦੇ ਸਿਰਫ ਇਸ਼ਾਰੇ ਤੇ ਕੰਮ ਹੋ ਰਿਹਾ ਕਿਉਂਕਿ ਚੰਨੀ ਹੋਰਾਂ ਨੇ ਮੋਰਚਾ ਖੋਲਿਆ ਸੀ ਤਾਂ ਇਸ ਕਰਕੇ ਇਹ ਕੰਮ ਹੋ ਰਿਹਾ। ਦੇਖੋ ਇਹ ਤੇ ਹੁਣ ਇਹ ਪੋਲੀਟੀਕਲ ਗੌਸਿਪਸ ਨੇ। ਅੱਜ ਕੋਈ ਇਹ ਕਹਿ ਰਿਹਾ, ਕੋਈ ਇਹ ਕਹਿ ਰਿਹਾ, ਮੈਨੂੰ ਇਹਦੇ ਨਾਲ ਕੋਈ ਕੰਸਰਨ ਨਹੀਂ ਲੈਣਾ ਦੇਣਾ। ਮੈਂ ਆਪਣਾ ਜ਼ਮੀਰ ਨਹੀਂ ਮਾਰ ਸਕਦੀ, ਮੈਨੂੰ ਕੋਈ ਕੰਸਰਨ ਨਹੀਂ ਕਿਸੇ ਦੇ ਨਾਲ। ਮੇਰੇ ਲਈ ਸਭ ਇਕੁਅਲ ਨੇ, ਮੈਂ ਸਭ ਦੀ ਇੱਜ਼ਤ ਕਰਦੀ ਆ, ਪਰ ਮੈਂ ਆਪਣਾ ਜ਼ਮੀਰ ਮਾਰ ਕੇ ਕਿ ਮੈਂ ਜਨਤਾ ਨੂੰ ਜਵਾਬ ਦੇਵਾਂ, ਐਸੇ ਕਰਕੇ ਪੰਜਾਬ ਵਿੱਚ ਕਮਿਸ਼ਨਾਂ ਕਾਮਯਾਬ ਨਹੀਂ ਹੈਗੀਆਂ। ਤੁਹਾਡੀ ਉਸ ਆਈਐਸ ਅਫਸਰ ਨਾਲ ਹੁਣ ਰੀਸੈਂਟਲੀ ਗੱਲ ਹੋਈ ਹੈ ਜਾਂ ਤੁਸੀਂ ਜਿਹੜਾ ਨੋਟਿਸ ਕਿਹਾ ਹੈ ਸਰਕਾਰ ਤੋਂ ਜਵਾਬ ਮੰਗਿਆ, ਸਰਕਾਰ ਤੋਂ ਜਵਾਬ ਕਿਸ ਗੱਲ ਦਾ ਮੰਗਿਆ? ਕੀ ਤੁਸੀਂ ਕੀ ਲਿਖਿਆ? ਸਪਸ਼ਟੀਕਰਨ ਦੇ ਨਾ ਕਿ ਪਬਲਿਕ ਕਰੇ ਤੇ ਚੋਰ ਹੈ। ਜੇ ਸਰਕਾਰ ਦੇ ਨੁਮਾਇੰਦੇ ਕਰਨ ਤੇ ਉਹ ਸਾਧ ਨੇ, ਪਬਲਿਕ ਸਰਕਾਰ ਜਵਾਬ ਦੇਵੇ। ਕਿਸ ਤਰ੍ਹਾਂ ਸਰਕਾਰ ਦੇ ਆਫੀਸਰ ਇੱਕ ਕਮਿਸ਼ਨ ਦੀ
ਦੀ ਚੇਅਰ ਨੂੰ ਕਿਸ ਤਰ੍ਹਾਂ ਪੁੱਛ ਸਕਦੇ ਨੇ? ਮੈਂ ਆਫੀਸਰ ਲੌਬੀ ਲਈ ਕੰਮ ਨਹੀਂ ਕਰ ਰਹੀ ਇੱਥੇ, ਮੈਂ ਜਨਤਾ ਲਈ ਕੰਮ ਕਰ ਰਹੀ ਹਾਂ। ਠੀਕ ਹੈ, ਬਣਾਇਆ ਸਰਕਾਰ ਨੇ, ਪਰ ਮੈਂ ਕਿਸੇ ਦੇ ਦਬਾਅ ਵਿੱਚ ਆ ਕੇ, ਇਨਫਲੂਐਂਸ ਵਿੱਚ ਆ ਕੇ ਕੰਮ ਨਹੀਂ ਕਰ ਸਕਦੀ। ਚੰਨੀ ਹੋਰਾਂ ਨੂੰ ਤੁਸੀਂ ਬੁਲਾਓਗੇ ਅਗਰ ਸਿੱਧਾ, ਕਿਉਂਕਿ ਮਾਮਲਾ ਉਹਨਾਂ ਨਾਲ ਜੁੜਿਆ ਹੋਇਆ ਹੈ। ਕੋਰਟ ਜਾ ਸਕਦੀ ਹਾਂ, ਹਾਈ ਕਮਾਂਡ ਕੋਲ ਜਾਵਾਂਗੀ, ਮੈਨੂੰ ਸਪਸ਼ਟੀਕਰਨ ਸਰਕਾਰ ਦੇਗੀ। ਤੁਸੀਂ ਕੋਰਟ ਜਾਓਗੇ ਇਸ ਮਾਮਲੇ ਜਾਵਾਂਗੀ, ਸਰਕਾਰ ਨੂੰ ਆਪਣੀ ਕੋਰਟ ਵਿੱਚ ਮੈਂ ਘਸੀਟ ਸਕਦੀ ਹਾਂ। ਹੁਣ ਇਸ ਟਾਈਮ ਇੱਕ ਜਿਹੜੀ ਚੀਫ ਸੈਕਟਰੀ ਇੱਕ ਲੇਡੀ ਆਫੀਸਰ ਹੈ, ਮੈਨੂੰ 1 ਹਫ਼ਤੇ ਤੱਕ ਅੱਜ ਮੇਲ ਕਰ ਦਿੱਤੀਆਂ ਗਈਆਂ ਨੇ, ਮੈਨੂੰ ਜਵਾਬ ਚਾਹੀਦਾ। ਤਾਂ ਸਾਫ਼ ਤੌਰ ਤੇ ਜਵਾਬ ਸਰਕਾਰ ਤੋਂ ਮੰਗਿਆ ਜਾ ਰਿਹਾ ਹੈ ਕਿ 3 ਸਾਲ 'ਚ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ। ਔਰ ਦੂਜੇ ਪਾਸੇ ਜੋ ਚੰਨੀ ਹੋਰਾਂ ਦੇ ਸਮਰਥਕ ਕਹਿ ਰਹੇ ਨੇ ਕਿ ਕੈਪਟਨ ਦੇ ਇਸ਼ਾਰੇ ਤੇ ਹੋ ਰਿਹਾ, ਤਾਂ ਵੂਮਨ ਕਮਿਸ਼ਨ ਕਹਿ ਰਿਹਾ ਹੈ ਕਿ ਕਿਸੇ ਦੇ ਇਸ਼ਾਰੇ ਤੇ ਕੰਮ ਨਹੀਂ ਹੋ ਰਿਹਾ। ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ। ਪੁਲਰ ਬਿਲਕੁਲ। ਤਾਂ ਪੰਕਜ, ਦੂਸਰੇ ਪਾਸੇ ਜੇਕਰ ਦੂਸਰਾ ਪਹਿਲੂ ਦੇਖੀਏ ਤਾਂ ਇੱਕ ਤੋਂ ਬਾਅਦ ਇੱਕ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ, ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਸਭ ਤੋਂ ਪਹਿਲਾਂ ਵਿਜੀਲੈਂਸ ਕਾਰਵਾਈ ਖੋਲਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਫੋਨ ਤੇ ਧਮਕੀ ਦਿੱਤੀ ਜਾਂਦੀ ਹੈ, ਔਰ ਹੁਣ ਚਰਨਜੀਤ ਚੰਨੀ ਦਾ ਇੱਥੇ ਨਾਮ ਇੰਪੋਰਟੈਂਟ ਤਾਂ ਹੋ ਜਾਂਦਾ ਕਿਉਂਕਿ ਸੂਤਰਧਾਰ ਮੰਨਿਆ ਜਾਂਦਾ ਜਿਹੜਾ ਇਹ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਬੈਕ ਟੂ ਬੈਕ। ਸਭ ਤੋਂ ਪਹਿਲੀ ਜਿਹੜੀ ਨਵਜੋਤ ਸਿੰਘ ਸਿੱਧੂ ਔਰ ਸੁਜਿੰਦਰ ਰੰਧਾਵਾ ਤੇ ਹੋਰ ਐਮਐਲਏ ਦੇ ਨਾਲ ਮੀਟਿੰਗ ਹੁੰਦੀ ਆ, ਉਸ ਦੇ ਵਿੱਚ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਅਪਰੋਚ ਕਰਨ ਵਾਲੇ ਚਰਨਜੀਤ ਚੰਨੀ ਹੀ ਸਨ। ਤਾਂ ਹੁਣ ਕਿਹਾ ਜਾ ਸਕਦਾ, ਜਿਵੇਂ ਕਿ ਪਹਿਲਾਂ ਹੀ ਅਸੀਂ ਕਿਆਸ ਲਗਾ ਰਹੇ ਸੀ, ਨਿਊਜ਼ 18 ਪੰਜਾਬ ਦੇ ਉੱਪਰ ਵੀ ਚਰਚਾ ਸੀ ਕਿ ਹੋ ਨਾ ਹੋ ਅਗਲੀ ਕਾਰਵਾਈ ਕਿਤੇ ਨਾ ਕਿਤੇ ਚਰਨਜੀਤ ਚੰਨੀ ਦੇ ਉੱਪਰ ਹੋ ਸਕਦੀ ਹੈ। ਔਰ ਹੁਣ 3 ਸਾਲ ਪੁਰਾਣਾ ਇਹ #ਮੀਟੂ ਦਾ ਮਾਮਲਾ ਔਰ ਉਸ ਨੂੰ ਮੁੜ ਤੋਂ ਉਜਾਗਰ ਕੀਤਾ ਜਾ ਰਿਹਾ, ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਆਵਾਜ਼ ਨੂੰ ਦਬਾਉਣ ਦੀ ਇੱਕ ਸੰਕੇਤਕ ਇਸ਼ਾਰਾ ਕੈਪਟਨ ਖੇਮੇ ਵੱਲੋਂ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁਣ ਦਿੱਤਾ ਜਾ ਰਿਹਾ ਹੈ। ਬਿਲਕੁਲ, ਪੁੱਛ ਵੀ ਲੈਂਦੇ ਆ, ਕੋਈ ਐਕਸ਼ਨ ਹੋ ਸਕਦਾ ਅਗਰ ਸਰਕਾਰ ਜਵਾਬ ਨਹੀਂ ਦਿੰਦੀ ਜਾਂ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਹੋ? ਦੇਖੋ, ਸੰਤੋਸ਼, ਜੇ ਸਰਕਾਰ ਜਵਾਬ ਨਹੀਂ ਦੇਗੀ ਤਾਂ ਮੈਂ ਭੁੱਖ ਹੜਤਾਲ ਤੇ ਬੈਠ ਜਾਵਾਂਗੀ। ਫਿਰ ਉਸ ਤੋਂ ਬਾਅਦ ਸਾਡੇ ਕੋਲ ਕੋਰਟ ਦਾ ਦਰਵਾਜ਼ਾ, ਹਾਈ ਕੋਰਟ, ਸੁਪਰੀਮ ਕੋਰਟ। ਮੈਂ ਜਵਾਬ ਦੇਵਾਂ ਜਨਤਾ ਨੂੰ। ਬਣਾਇਆ ਜ਼ਰੂਰ ਸਰਕਾਰ ਨੇ, ਪਰ ਸਰਕਾਰ ਨੂੰ ਕਮਿਸ਼ਨ ਦੀ ਤਾਕਤਾਂ ਪਤਾ ਨੇ। ਹੁਣ ਇਸ ਟਾਈਮ ਲੋਗੋਂ ਦਾ ਕੰਮ ਹੈ ਕਹਿਣਾ, ਜੇ ਪੋਲੀਟੀਕਲ ਨੁਮਾਇੰਦੇ ਕਹਿ ਰਹੇ ਨੇ ਕਿ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ, ਮੈਂ ਕਦੀ ਵੀ ਸਰਕਾਰ ਦੀ ਪਰਵਾਹ ਨਹੀਂ ਕੀਤੀ। कमीशन मैं अपने दम ते चला के लेके गई हां। मैं बहुत सारी सजेशना टाइम टू टाइम सरकार नू भेज दी हां। सरकार ठंडे बस्ते च पा दिंदी है कि सरकार दे उत्ते प्रेशर रहंदा उन्हां दे नुमाइंदे दा। मामला ठंडे बस्ते च पाने की कोशिश क्योंकि तुसी कहा सी मुख्यमंत्री ने कहा कि जब माफी मांग ली सी ते कीता हुंदा ते पब्लिक उत्ते धारावां ते एफआईआर जे सरकार दे नुमाइंदे करन ते ओ साध ते आज कह रहे ने कि कैप्टन दे इन्फ्लुएंस ते हो रहा है। कैप्टन किसी नु मैनू कोई इन्फ्लुएंस नहीं कर सकता। तुसी पुलिस नु कंप्लेंट भी करोगे? पुलिस नु मैं अपने आप ही एक अदालत है, कमीशन नु कोई जरूरत नहीं। जिन्नी पंजाब दी पुलिस है साडी इन्वेस्टिगेशन एजेंसी है ते मैनू पुलिस को जाने की जरूरत नहीं है। मैं खुद ही अपनी लड़ाई है लड़ांगी। इन्हां दी पार्टी दी हाई कमान या मैं ए भुख हड़ताल करांगी। सरकार नु पता ने कमीशन दी ताकतां। आज तक सरकारां नु आईएएस अफसर जिन्ने इल्जाम लगाए सी, जिन्ने इल्जाम लाए सी, ओ की कह रही है, उनदी की मांग है? देखो, ओ तां स्पष्टीकरण सरकार सानू देवे। सरकार सानू रिटर्न विच लिख के दे देवे कि उन्हें माफी मांग ली सी, ये मामला खत्म हो गया। आपां ठीक है, आपां ए स्पष्टीकरण ही सानू चाहिदा, आपां एक्सेप्ट कर लांगे। साडी इस टाइम कोर्ट है, सरकार है, पूरी सरकार है पंजाब, कोई एक मिनिस्टर नहीं, पूरी सरकार है। सानू ये जवाब सरकार तो चाहिए, क्योंकि आम जनता लई की करोगे तुसी? मैं वुमेन कम्युनिटी नु रिप्रेजेंट कर रही हां, जनता मेरी तरफ देख रही है। मैनू सिर्फ जनता नाल है, चार नाल लीडरां नाल मैनू कुछ लेना देना नहीं। आज इक्को मिक्को कल लड़ाई है तो एक पॉलिटिकल कमेंट निकल के आ रहे ने कि कैप्टन दे इशारे ते हो रहा। मैं किसी नु नहीं सुनदी। बनाया जरूर सरकार ने ही है, पर कमीशन दी अपनी भी कोई पर्सनैलिटी है। आज तक क्यों नहीं कामयाब हुई कमीशना? क्यों नहीं वुमेन कम्युनिटी लिए कोई कुछ कर सकिया? क्योंकि बहुत दबाव और इन्फ्लुएंस रहा। ਤੁਹਾਡੇ ਤੇ ਦਬਾਅ ਰਿਹਾ ਵਾ ਇਸ ਮਾਮਲੇ ਦੇ ਲੈ ਕੇ? ਕੋਈ ਦਬਾਅ ਰਿਹਾ ਹੁੰਦਾ ਤੇ ਅੱਜ ਮੈਂ ਇੱਥੇ ਨਾ ਬੋਲ ਰਹੀ ਹੁੰਦੀ। ਆਈਐਸ ਆਫੀਸਰਾਂ ਨੇ ਜਿਹੜਾ ਮੇਰੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਵੀ ਉਹਨਾਂ ਦਾ ਚੈਲੰਜ ਤੇ ਐਕਸੈਪਟ ਕੀਤਾ ਹੈ, ਪਰ ਮੈਂ ਕਹਿ ਰਹੀ ਹਾਂ ਕਿ ਤੁਸੀਂ ਦਮਦਾਰ ਨਹੀਂ ਹੋ। ਤਾਂ ਸਾਫ਼ ਤੌਰ ਤੇ ਵੂਮਨ ਕਮਿਸ਼ਨ ਦਾ ਗੁੱਸਾ, ਵੂਮਨ ਕਮਿਸ਼ਨ ਦੀ ਨਾਰਾਜ਼ਗੀ ਦੇਖ ਰਹੇ ਹੋ, ਔਰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਮਹਿਲਾ ਕਮਿਸ਼ਨ ਇਸ ਪੂਰੇ ਮਾਮਲੇ ਤੇ ਸਰਕਾਰ ਤੋਂ ਜਵਾਬ ਮੰਗ ਰਹੀ ਹੈ। ਬਿਲਕੁਲ ਪੰਕਜ, ਤਾਂ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਉੱਠ ਰਿਹਾ ਨਾ ਟਾਈਮਿੰਗ ਨੂੰ ਲੈ ਕੇ। ਤੁਹਾਡੇ ਨਾਲ ਮਨੀਸ਼ਾ ਗੁਲਾਟੀ ਬੈਠੇ ਹੋਏ ਨੇ।
2018 ਕਰੀਬ ਜਿਸ ਤੱਕ ਮੈਨੂੰ ਯਾਦ ਆ ਰਿਹਾ ਕਿ ਅਕਤੂਬਰ ਦਾ ਇਹ ਮਾਮਲਾ, ਉਸ ਵੇਲੇ ਯੂਕੇ ਆਪਣੇ ਟੂਰ ਦੇ ਉੱਪਰ ਸੀ ਚਰਨਜੀਤ ਚੰਨੀ, ਜਦੋਂ ਇਹ ਉਹਨਾਂ ਦੇ ਉੱਪਰ ਐਲੀਗੇਸ਼ਨ ਲੱਗੇ ਸੀ। ਉਸ ਤੋਂ ਬਾਅਦ ਆਉਣ ਤੋਂ ਬਾਅਦ ਉਹਨਾਂ ਨੇ ਹਵਾਲਾ ਵੀ ਦਿੱਤਾ ਸੀ, ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਮਾਫੀ ਵੀ ਮੰਗੀ ਆ। ਪਰ ਉਸ ਤੋਂ ਬਾਅਦ ਜੇਕਰ ਮਨੀਸ਼ਾ ਗੁਲਾਟੀ ਦੀ ਗੱਲ ਕੀਤੀ ਜਾਵੇ, ਸ਼ਾਇਦ ਉਸ ਵੇਲੇ ਇਹੀ ਚੇਅਰਮੈਨ ਸੀ ਵੂਮਨ ਕਮਿਸ਼ਨ ਦੇ, ਤਾਂ 3 ਸਾਲ ਬਾਅਦ ਹੀ ਕਿਉਂ ਯਾਦ ਆਈ? 3 ਸਾਲ 2018 ਤੋਂ ਬਾਅਦ 19 ਆਉਂਦਾ ਹੈ, 20 ਆਉਂਦਾ ਹੈ, ਔਰ ਹੁਣ 21 ਦਾ ਵੀ ਜਿਹੜਾ ਆਪਾਂ ਕਹਿ ਲਈਏ ਕਿ ਫਸਟ ਜਿਹੜਾ ਹਾਫ ਹੈ ਉਹ ਲੰਘ ਚੁੱਕਿਆ। ਉਸ ਤੋਂ ਬਾਅਦ ਕਿਤੇ ਨਾ ਕਿਤੇ ਦੁਬਾਰਾ ਤੋਂ ਸਪਸ਼ਟੀਕਰਨ ਮੰਗਣਾ ਤਾਂ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ। ਖੈਰ, ਜੇਕਰ ਇਸ ਪੂਰੀ ਤਸਵੀਰ ਨੂੰ ਦੇਖਿਆ ਜਾਵੇ ਤਾਂ ਲੱਗ ਰਿਹਾ ਕਿ ਜਿਹੜੇ ਆਉਣ ਵਾਲੇ ਦਿਨ ਨੇ ਜਾਂ ਆਉਣ ਵਾਲੇ ਘੰਟੇ ਨੇ ਜਾਂ ਆਉਣ ਵਾਲੇ ਕੁਝ ਹਫ਼ਤੇ ਨੇ ਤਾਂ ਉਹ ਕਾਂਗਰਸ ਦੇ ਵਿੱਚ ਵੱਡੇ ਉਥਲ-ਪੁਥਲ ਨਜ਼ਰ ਆ ਰਹੇ ਨੇ। ਤਾਂ ਕਿਸੇ ਤਕਨੀਕੀ ਕਾਰਨ ਕਰਕੇ ਸਾਡਾ ਪੰਕਜ ਦੇ ਨਾਲ ਸੰਪਰਕ ਹੋ ਨਹੀਂ ਰਿਹਾ, ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਵੂਮਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਵੱਲੋਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਜਵਾਬ ਤਲਬੀ ਸਰਕਾਰ ਦੇ ਕੋਲੋਂ ਮੰਗੀ ਗਈ ਹੈ। 2018 ਦੇ ਵਿੱਚ ਜਿਹੜਾ #ਮੀਟੂ ਦਾ ਮਾਮਲਾ, ਜਿਸ ਦੇ ਵਿੱਚ ਚਰਨਜੀਤ ਚੰਨੀ ਦੇ ਖਿਲਾਫ ਹੁਣ ਮੋਰਚਾ ਖੋਲ੍ਹਿਆ ਗਿਆ ਹੈ। ਉਧਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਦਾਅਵਾ ਹੈ, ਉਹਨਾਂ ਨੇ ਕਿਹਾ ਕਿ ਸੈਕਟਰੀ ਦੇ ਰਾਹੀਂ ਉਹਨਾਂ ਨੂੰ ਧਮਕੀਆਂ ਦਵਾਈਆਂ ਗਈਆਂ ਨੇ। ਬਕਾਇਦਾ ਉਹਨਾਂ ਨਾਮ ਲਿਆ ਕਿ ਕੈਪਟਨ ਸੰਦੀਪ ਸੰਧੂ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਉੱਪਰ ਉਹਨਾਂ ਨੂੰ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਨੂੰ ਧਮਕੀ ਦਿੱਤੀ। ਉਹਨਾਂ ਨੇ ਪਰ ਕਿਹਾ ਕਿ ਮੈਂ ਤਿਆਰ ਹਾਂ, ਜਿਸ ਨੇ ਜੋ ਕਰਨਾ ਹੈ ਉਹ ਕਰ ਲਵੇ। ਕਿ ਪ੍ਰਗਟ ਸਿੰਘ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਅਫਸਰ ਮੇਰੇ ਵੱਲ ਆਵੇ ਉਹੀ ਅਫਸਰ ਮੇਰੇ ਵੱਲ ਆਵੇ ਜਿਸ ਦੀਆਂ ਲੱਤਾਂ ਭਾਰ ਚੱਲਦੀਆਂ ਹੋਣ। ਉਹਨਾਂ ਨੇ ਕਿਹਾ ਕਿ ਜੇਕਰ ਸੱਚ ਦੀ ਸਜ਼ਾ ਦੇਣੀ ਚਾਹੁੰਦੇ ਨੇ ਤਾਂ ਜਿੱਥੇ ਮਰਜ਼ੀ ਆ ਜਾਣ, ਬਾਂਹ ਮਰੋੜਨ ਵਾਲੀ ਨੀਤੀ ਛੱਡੋ, ਸਮਾਂ ਕਿਸੇ ਦਾ ਵੀ ਨਹੀਂ ਰਹਿੰਦਾ, ਇਹ ਕਿਹਾ ਪ੍ਰਗਟ ਸਿੰਘ ਨੇ। ਔਰ ਨਾਲ ਹੀ ਸਿੱਧੂ ਦੇ ਉੱਪਰ ਬੋਲੇ, ਸਿੱਧੂ ਖਿਲਾਫ ਸਬੂਤ ਸੀ ਤਾਂ 2 ਸਾਲ ਇੰਤਜ਼ਾਰ ਕਿਉਂ ਕੀਤਾ? ਸਿੱਧੂ ਤੌਰ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮੁਤਲਕ ਸਵਾਲ ਪੁੱਛਿਆ ਗਿਆ ਪ੍ਰਗਟ ਸਿੰਘ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਮੈਂ ਤੇ ਸਿੱਧੂ ਨੇ ਕਦੇ ਵੀ ਧੜਾ ਨਹੀਂ ਬਣਾਇਆ। ਉਹਨਾਂ ਨੇ ਕਿਹਾ ਕਿ ਉਮੀਦ ਸੀ ਕੈਪਟਨ ਚੰਗਾ ਕਰੇਗਾ, ਪਰ ਉਲਟ ਰਾਹ ਤੇ ਚੱਲ ਪਏ ਨੇ ਕੈਪਟਨ ਅਮਰਿੰਦਰ ਸਿੰਘ। ਕਿ ਮੈਨੂੰ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ ਸੀਐਮ ਸਾਹਿਬ ਨੇ ਇੱਕ ਮੈਸੇਜ ਦਿੱਤਾ ਤੇ ਉਹ ਮੈਸੇਜ ਮੈਂ ਤੈਨੂੰ ਦੇਣਾ, ਤੇ ਧਮਕੀ ਭਰਿਆ ਮੈਸੇਜ। ਮੈਂ ਉਹਨੂੰ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ। ਇਹਨੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਆ ਕਿ ਤੇਰੀਆਂ ਅਸੀਂ ਲਿਸਟਾਂ ਬਹੁਤ ਕੱਢ ਲਈਆਂ ਤੇ ਤੈਨੂੰ ਹੁਣ ਅਸੀਂ ਠੋਕਣਾ। ਪਹਿਲਾਂ ਤਾਂ ਸੱਚੀ ਗੱਲ ਆ ਕਿ ਮਹਿਸੂਸ ਬੜਾ ਹੋਇਆ ਵੀ ਅਸੀਂ ਕਿੱਧਰ ਨੂੰ ਤੁਰ ਪਏ। ਅਸਲੀ ਜਿਹੜੇ ਇਸ਼ੂ ਸੀ ਅਸੀਂ ਉਹ ਕਿੱਧਰ ਨੂੰ ਲੈ ਗਏ, ਕਿਉਂਕਿ ਕੋਵਿਡ ਦਾ ਸਮਾਂ, ਪੰਜਾਬ ਬੜੇ ਡਿਫਿਕਲਟ ਔਰ ਹਿੰਦੁਸਤਾਨ ਬੜੇ ਡਿਫਿਕਲਟ ਦੌਰ ਚੋਂ ਗੁਜ਼ਰ ਰਿਹਾ, ਤੇ ਉਸ ਦੌਰ ਦੇ ਵਿੱਚ ਇੱਕ ਚੀਫ ਮਿਨਿਸਟਰ ਆਪਣੇ ਪੋਲੀਟੀਕਲ ਸੈਕਟਰੀ ਰਾਹੀਂ ਇੱਕ ਐਮਐਲਏ ਨੂੰ ਇਹ ਸੁਨੇਹਾ ਦੇ ਰਿਹਾ, ਜੇ ਉਹਦੀ ਕਿਹੜਿਆ, ਮੈਂ ਕਿਹਾ ਜਿੱਥੇ ਮਰਜੀ ਜਦੋਂ ਮਰਜੀ ਮੈਂ ਰੈਡੀ ਹਾਂ, ਮੈਂ ਬਿਲਕੁਲ ਤਿਆਰ ਹਾਂ ਇਸ ਕੰਮ ਲਈ। ਸਰਕਾਰ ਨੇ ਜੋ ਕਰਨਾ ਉਹ ਕਰ ਲਵੇ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਅਸਲੀ ਗੱਲ ਆ ਇਹ ਪੋਲਿਟਿਕਸ ਜਿਹੜੀ ਉਹ ਇੰਨੀ ਮਾੜੀ ਹੁੰਦੀ ਆ। ਔਰ ਪੜ੍ਹਨਾ ਵੀ ਆਉਂਦਾ, ਲਿਖਣਾ ਵੀ ਆਉਂਦਾ ਤੇ ਸਮਝਣਾ ਵੀ ਆਉਂਦਾ। ਅਸਲੀਅਤ ਇਹ ਆ ਵੀ ਇਹ ਲੋਕੀ ਪਹਿਲਾਂ ਤੁਹਾਡੇ ਤੇ ਆਸਾਨ ਕਰਦੇ ਆ। ਮੈਂ ਨਹੀਂ ਕਹਿੰਦਾ, ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਏ ਸੀ ਪੋਲਿਟਿਕਸ ਦੇ ਵਿੱਚ, ਮੈਂ ਨਹੀਂ ਆਉਂਦਾ ਸੀ, ਲੇਕਿਨ ਇੰਨਾ ਆਸਾਨ ਤਾਂ ਨਹੀਂ ਨਾ ਵੀ ਹੁਣ ਅਸੀਂ ਪੰਜਾਬ ਲੁੱਟਦਾ ਹੋਇਆ ਦੇਖ ਲਈਏ। 2 ਸਾਲ ਪਹਿਲਾਂ ਜੇ ਇਹਨਾਂ ਕੋਲ ਉਹਦੇ ਅਗੇਂਸਟ ਇੰਨਾ ਮਟੀਰੀਅਲ ਹੈ ਤਾਂ ਫਿਰ 2 ਸਾਲ ਵੀ ਕਿਉਂ ਰੱਖਿਆ? ਵਿਜੀਲੈਂਸ ਦਾ ਇੱਕ ਐਕਸੀਅਨ ਦੇ ਉੱਤੇ 1200 ਕਰੋੜ ਦਾ ਪਰਚਾ ਦਰਜ ਕਰਤਾ। ਤੁਸੀਂ ਸਾਰੇ ਸਿਆਣੇ ਹੋ, ਇੱਕ ਵਿਜੀਲੈਂਸ ਆਫੀਸਰ ਜਿਹੜਾ ਸਿਸਟਮ ਜਿਹੜਾ ਉਹ ਇੱਕ ਐਕਸੀਅਨ ਤੇ 1200 ਕਰੋੜ ਦਾ ਪਰਚਾ ਦਰਜ ਕਰਦਾ, ਇਹਦਾ ਮਤਲਬ ਉਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ। ਫਿਰ ਇਹੋ ਜਿਹਾ ਸਿਸਟਮ ਤੋਂ ਆਪਾਂ ਲੈਣਾ ਕੀ ਆ? ਮੈਂ ਵੀ ਹਿੰਦੁਸਤਾਨ ਦਾ ਕੈਪਟਨ ਰਿਹਾ ਹਾਂ ਹਾਕੀ ਦਾ,
ਲੇਕਿਨ ਮੈਂ ਇੱਜ਼ਤ, ਕਿਉਂਕਿ ਬੇਸਿਕ ਮੇਰੀ ਪ੍ਰੋਬਲਮ ਕਿੱਥੇ ਆ ਕਿ ਮੈਂ ਕਦੀ ਪ੍ਰੋਟੋਕਾਲ ਨਹੀਂ ਤੋੜਦਾ, ਮੈਂ ਕਦੀ ਡਿਸਰਿਸਪੈਕਟ ਕਿਸੇ ਨੂੰ ਸ਼ੋ ਨਹੀਂ ਕਰਦਾ। ਮੈਨੂੰ ਇਹ ਆਸ ਸੀ, ਸੱਚੀ ਗੱਲ ਆ 2017 ਚ ਵੀ ਇਹ ਕੈਪਟਨ ਅਮਰਿੰਦਰ ਸਿੰਘ ਦੀ ਲਾਸਟ ਇਨਿੰਗ ਆ ਤੇ ਇਹ ਪੰਜਾਬ ਲਈ ਕੁਛ ਨਾ ਕੁਛ ਚੰਗਾ ਕਰਕੇ ਜਾਣਗੇ। ਪਰ ਅਫਸੋਸ ਹੈ ਅਸੀਂ ਪੁੱਠੇ ਰਾਹ ਪਾ ਲਿਆ। ਕਿਤੇ ਬੈਠ ਕੇ ਇਕੱਲੇ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ, ਕਿਤੇ ਬੈਠ ਕੇ ਇਕੱਲੇ ਕਮਰੇ 'ਚ ਸ਼ੀਸ਼ੇ 'ਚ ਬੈਠ ਕੇ ਸੋਚਿਓ ਤਾਂ ਸਹੀ ਵੀ ਮੈਂ ਕਰ ਕੀ ਰਿਹਾ। ਇਹ ਤਾਂ ਨਹੀਂ ਆ ਕਿਤੇ ਆਲੇ ਦੁਆਲੇ ਜਿਹੜੀ ਕੋਟਰੀ ਇਕੱਠੀ ਹੋਈ ਆ ਉਹ ਤੁਹਾਨੂੰ ਕਿਸੇ ਤਰ੍ਹਾਂ ਦੀ ਮਿਸਗਾਈਡ ਕਰ ਰਹੀ ਆ। ਪੰਜਾਬ ਲਈ ਕਰ ਕੀ ਰਹੇ ਹੋ? ਉਧਰ ਪ੍ਰਗਟ ਸਿੰਘ ਦੇ ਦਾਅਵੇ ਤੋਂ ਬਾਅਦ ਵਿਰੋਧੀਆਂ ਨੇ ਵੀ ਮੋਰਚਾ ਖੋਲ ਦਿੱਤਾ। ਵਿਰੋਧੀਆਂ ਨੇ ਜਿੱਥੇ ਪ੍ਰਗਟ ਸਿੰਘ ਤੇ ਨਿਸ਼ਾਨੇ ਸਾਧੇ ਨੇ ਤਾਂ ਉੱਥੇ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸਾਫ਼ ਕਹਿਣੀ ਚਾਹੁੰਦਾ ਹੈ ਕਿ ਕਾਂਗਰਸ ਵਿੱਚ ਇਸ ਵੇਲੇ ਆਪੋ ਧਾਰ ਤੇ ਲੜਾਈ ਸਿਖਰਾਂ ਤੇ ਹੈ। ਸਿੱਧੂ ਤੇ ਸਿੱਧੂ ਦੇ ਸਾਥੀ ਆਪਣੀ ਖੋਈ ਹੋਈ ਜ਼ਮੀਨ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਉਹ ਇਹਨਾਂ ਦੀ ਆਪਸੀ ਲੜਾਈ ਇੰਨੀ ਤਿੱਖੀ ਹੋ ਗਈ ਹੈ ਕਿ ਹੁਣ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਿਹਾ। ਜਿਵੇਂ ਕੱਲ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਸਾਹਿਬ ਜੋ ਕਰਨਾ ਕਰ ਲਓ। ਉਸ ਤੋਂ ਬਾਅਦ ਕਾਂਗਰਸ ਦੇ ਐਮਪੀ ਨੇ ਬਿਆਨ ਦਿੱਤਾ ਕਿ ਜਦ ਇਹ ਸ਼ੇਰ ਦੀ ਪੂਛ ਨੂੰ ਹੱਥ ਲਾਈ ਜਾਂਦੇ ਸੀ, ਤੰਗ ਕਰੀ ਜਾਂਦੇ ਸੀ, ਹੁਣ ਸ਼ੇਰ ਕਰੂਗਾ ਕੀ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਹੈਗੀ ਹੈ ਸਿੱਧੂ ਕੈਂਪ ਦੀ ਬੁਖਲਾਹਟ ਵੀ ਹੈ ਤੇ ਇੱਕ ਮੈਸੇਜ ਵੀ ਦੇ ਰਹੇ ਆ ਐਂਟੀ ਸੀਐਮ ਫੋਰਸਿਸ ਕਿ ਸਾਨੂੰ ਸੈਂਟਰ ਤੋਂ ਪ੍ਰੋਟੈਕਸ਼ਨ ਹੈ, ਲੀਡਰਸ਼ਿਪ ਤੋਂ, ਤੇ ਅਸੀਂ ਸੀਐਮ ਚੇਂਜ ਕਰਨ ਦੀ ਲੜਾਈ ਲੜ ਰਹੇ ਹਾਂ। ਤਾਂ ਇਸ ਵਿੱਚ ਮੈਂ ਜੋ ਸਮਝਦਾ ਪ੍ਰਗਟ ਸਿੰਘ ਨੇ ਗੱਲ ਕੀਤੀ ਹੈ ਇਹ ਬਹੁਤ ਹੀ ਮੈਚਿਓਰਟੀ ਵਾਲੀ ਗੱਲ ਨਹੀਂ ਹੈ। ਕਿ ਕਾਂਗਰਸ ਇਹ ਸਾਰੀ ਖੇਡ ਨਾ ਆਪਣੀਆਂ ਨਾਕਾਮੀਆਂ ਛਪਾਉਣ ਦੇ ਲਈ ਸਰਕਾਰ ਉਹਨਾਂ ਦੀ ਪਰਫਾਰਮ ਕਰ ਨਹੀਂ ਪਾਈ ਤੇ ਉਹ ਆਪਸ 'ਚ ਇਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੇ ਨੇ। ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਆਪਣੀ ਨਾਕਾਮੀਆਂ ਛਪਾ ਰਹੇ ਆ। ਔਰ ਦੂਸਰੇ ਪਾਸੇ ਅੱਜ ਕੋਵਿਡ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਕਹਿਰ ਹੈ ਪੰਜਾਬ ਦੇ ਉੱਪਰ ਵੀ ਔਰ ਦੇਸ਼ ਦੇ ਉੱਪਰ ਵੀ, ਉਧਰ ਧਿਆਨ ਦੇਣ ਦੀ ਬਜਾਏ ਇਹ ਆਪਸ 'ਚ ਝਗੜੇ ਕਰ ਰਹੇ ਆ। ਇਹ ਕਿੰਨੀ ਕੁ ਇਹਦਾ ਮਤਲਬ ਸੰਵੇਦਨਹੀਨਤਾ ਇਹਨਾਂ ਦੇ ਵਿੱਚ ਕਿ ਸੰਵੇਦਨਸ਼ੀਲ ਨਹੀਂ ਹੈਗੇ ਕਿ ਲੋਕ ਜਿਹੜੇ ਆ ਉਹਨਾਂ ਦੀ ਕੀ ਦਸ਼ਾ ਹੈਗੀ ਇਸ ਵੇਲੇ। ਔਰ ਬਾਕੀ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਉਹਦੇ ਲਈ ਸਾਰੇ ਮਿਲ ਕੇ ਦੱਸਣੇ, ਸਾਰੇ ਰਿਸਪੌਂਸੀਬਲ ਨੇ। ਪ੍ਰਗਟ ਸਿੰਘ ਵੀ ਹੈ, ਅੱਜ 4.5 ਸਾਲ ਬਾਅਦ ਇਹ ਬੋਲ ਰਹੇ ਨੇ, ਉਸ ਤੋਂ ਪਹਿਲਾਂ ਕਿਉਂ ਨਹੀਂ ਬੋਲੇ ਇਸ ਤਰ੍ਹਾਂ ਦੀਆਂ ਗੱਲਾਂ। ਔਰ ਸੰਦੀਪ ਸੰਧੂ ਕੋ ਕੀ ਅਥਾਰਟੀ ਹੈ ਕਿ ਉਹ ਇੱਕ ਵਿਧਾਇਕ ਨੂੰ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੂੰ ਧਮਕੀ ਦੇਣ ਤੇ ਉਹਦੇ ਲਈ ਜੇ ਇਹਨਾਂ ਨੂੰ ਕੋਈ ਏਦਾਂ ਦੀ ਗੱਲ ਲੱਗੀ ਹੈ ਤਾਂ ਇਹ ਪੁਲਿਸ ਕੋਲ ਕੰਪਲੇਂਟ ਕਿਉਂ ਨਹੀਂ ਕਰਦੇ ਕਿ ਵੀ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਇਹ ਲੱਗਦਾ ਕਿ ਇਹ ਰਲੀ ਮਿਲੀ ਕੁਸ਼ਤੀ, ਨੂਰਾ ਕੁਸ਼ਤੀ ਹੋ ਰਹੀ ਹੈ ਤੇ ਉਹਦੇ 'ਚ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੀਆਂ ਨਾਕਾਮੀਆਂ ਛਪਾਉਣ ਦੇ ਲਈ। ਔਰ ਇਹ ਜਿਹੜੀ ਜਿਸ ਤਰ੍ਹਾਂ ਦੀ ਗੱਲ ਹੁਣ ਕਰ ਰਹੇ ਆ, ਇਹ ਮੇਰਾ ਖਿਆਲ ਹੈ ਵੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਫ ਨਹੀਂ ਕਰਨਾ। ਇਹ ਸਮਾਂ ਐਸਾ ਹੈਗਾ ਇਹਦੇ 'ਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ।